Hello, Hanji, good morning, students. Today we will read the third chapter of your history book, Ruling the Countryside. ਇਸ ਤੋਂ ਪਿਛਲੇ ਚੈਪਟਰ ਦੇ ਵਿੱਚ ਆਪਾਂ ਸਟੱਡੀ ਕੀਤਾ ਸੀਗਾ ਕਿ ਕਿੱਦਾਂ ਕੰਪਨੀ ਆਪਣੇ ਇੰਡੀਆ ਦੇ ਵਿੱਚ ਆਈ ਹੈ ਨਾ, ਕਿੱਦਾਂ ਉਸਨੇ ਮਤਲਬ ਹੌਲੀ ਹੌਲੀ ਆਪਣੇ ਇੰਡੀਅਨਸ ਦੇ ਉੱਤੇ ਰੂਲ ਕਰਨਾ ਸਟਾਰਟ ਕੀਤਾ। ਇਹਦੇ ਵਿੱਚ ਆਪਾਂ ਮਤਲਬ ਕਿ ਪੜ੍ਹਾਂਗੇ ਕਿੱਦਾਂ ਪੂਰੇ ਕੰਟਰੀ ਦੇ ਉੱਤੇ ਉਹਨਾਂ ਦਾ ਰਾਜ ਕਾਇਮ ਹੋਇਆ ਹੈ ਨਾ। ਅਤੇ ਆਪਾਂ ਸਟਾਰਟ ਕਰਦੇ ਹਾਂ। ਦ ਕੰਪਨੀ ਬਿਕਮਸ ਦਾ ਦੀਵਾਨ। ਦੀਵਾਨ ਕੀ ਹੁੰਦਾ ਬੱਚੇ? ਦੀਵਾਨ ਇੱਕ ਨਾ ਪੋਸਟ ਹੁੰਦੀ ਹੈ ਆਪਣਾ ਰਾਜੇ ਦੇ ਦਰਬਾਰ ਦੇ ਵਿੱਚ। ਅਤੇ ਹੁਣ ਆਪਾਂ ਸਟੱਡੀ ਕਰਦੇ ਹਾਂ ਹੈ ਨਾ। ਔਨ 12 ਅਗਸਤ 1765 ਦਾ ਮੁਗਲ ਐਂਪਰਰ ਅਪੋਇੰਟਡ ਦ ਈਸਟ ਇੰਡੀਆ ਕੰਪਨੀ ਐਸ ਦਾ ਦੀਵਾਨ ਆਫ ਬੰਗਾਲ। 12 ਅਗਸਤ 1765 ਨੂੰ ਹੈ ਨਾ ਮੁਗਲ ਐਂਪਰਰ ਸੀਗਾ ਜਿਹੜਾ ਬੰਗਾਲ ਦਾ, ਉਸ ਨੇ ਈਸਟ ਇੰਡੀਆ ਕੰਪਨੀ ਨੂੰ ਦੀਵਾਨ ਦੀ ਪੋਸਟ ਦੇ ਉੱਤੇ ਮਤਲਬ ਨਿਵਾਜਤਾ ਹੈ ਨਾ। ਦ ਐਕਚੁਅਲ ਈਵੈਂਟ ਮੋਸਟ ਪ੍ਰੋਬੈਬਲੀ ਟੁੱਕ ਪਲੇਸ ਇਨ ਰੋਬਰਟ ਕਲਾਈਵਸ ਟੈਂਟ ਵਿਦ ਦ ਫਿਊ ਇੰਗਲਿਸ਼ਮੈਨ ਐਂਡ ਇੰਡੀਅਨਸ ਐਜ਼ ਵਿਟਨੈਸ। ਇਹ ਜਗ੍ਹਾ ਮਤਲਬ ਇਹ ਹੋਇਆ ਕਿੱਥੇ? ਜਿੱਥੇ ਉਹਨਾਂ ਨੂੰ ਅਪੋਇੰਟ ਕੀਤਾ ਗਿਆ, ਜਿੱਥੇ ਇਹਦੀ ਘੋਸ਼ਣਾ ਹੋਈ ਹੈ ਨਾ, ਜਿੱਥੇ ਰਾਜੇ ਨੇ ਮਤਲਬ ਐਲਾਨ ਕੀਤਾ ਕਿ ਇਹ ਅੱਜ ਤੋਂ ਐਜ਼ ਅ ਦੀਵਾਨ ਕੰਮ ਕਰਨਗੇ। ਉਹ ਹੋਇਆ ਰੋਬਰਟ ਕਲਾਈਵ ਦੇ ਟੈਂਟ ਦੇ ਵਿੱਚ, ਜਿੱਥੇ ਕਿ ਇੰਗਲਿਸ਼ਮੈਨ ਯਾਨੀ ਕਿ ਬ੍ਰਿਟਿਸ਼ ਸੀਗੇ ਜਿਹੜੇ ਹੈ ਨਾ, ਉਹਨਾਂ ਦੇ ਕੁਛ ਪਰਸਨ ਸੀਗੇ ਅਤੇ ਕੁਛ ਇੰਡੀਅਨਸ ਸੀਗੇ ਜਿਹੜੇ ਕਿ ਗਵਾਹ ਦੇ ਤੌਰ 'ਤੇ ਹੈ ਨਾ ਉੱਥੇ ਬੈਠੇ ਸੀ। ਬਟ ਇਨ ਦਾ ਪੇਂਟਿੰਗ ਅਬਵ ਦ ਇਵੈਂਟ ਇਜ਼ ਸ਼ੋਨ ਐਜ਼ ਅ ਮਜੈਸਟਿਕ ਓਕੇਜਨ ਟੇਕਿੰਗ ਪਲੇਸ ਇਨ ਅ ਗ੍ਰੈਂਡ ਸੈਟਿੰਗ। ਪਰ ਕਹਿੰਦੇ ਜਿਹੜੇ ਉੱਪਰ ਆਪਾਂ ਨੂੰ ਜਿਹੜੀ ਪੇਂਟਿੰਗ ਫੋਟੋ ਦਿਖ ਰਹੀ ਹੈ, ਠੀਕ ਹੈ, ਇਸ ਦੇ ਵਿੱਚ ਕੀ ਸ਼ੋ ਰਿਹਾ? ਈਵੈਂਟ ਇੱਕ ਮਜੈਸਟਿਕ ਵੱਡਾ ਓਕੇਜਨ ਸ਼ੋ ਕੀਤਾ ਗਿਆ ਗਾ, ਅਤੇ ਜਿਹੜੇ ਕਿ ਮਤਲਬ ਕਿ ਪੂਰੇ ਵੱਡੇ ਪੱਧਰ 'ਤੇ ਇਸ ਦਾ ਐਲਾਨ ਕੀਤਾ ਗਿਆ ਸੀਗਾ। ਦ ਪੇਂਟਰ ਵਾਜ਼ ਕਮਿਸ਼ਨਡ ਬਾਏ ਕਲਾਈਵ ਟੂ ਰਿਕਾਰਡ ਦਾ ਮੈਮੋਰੇਬਲ ਈਵੈਂਟਸ ਇਨ ਕਲਾਈਵ ਲਾਈਫ। ਪੇਂਟਰ ਨੂੰ ਮਤਲਬ ਪੈਸੇ ਕਿਹਨੇ ਦਿੱਤੇ ਸੀਗੇ? ਰੋਬਰਟ ਕਲਾਈਵ ਨੇ। ਅਤੇ ਮਤਲਬ ਕਿ ਜਿਹੜੀਆਂ ਉਸ ਦੀ ਲਾਈਫ ਦੀਆਂ ਮੈਮੋਰੇਬਲ ਯਾਦਗਾਰ ਪਲ ਸੀ, ਠੀਕ ਹੈ, ਉਹਨਾਂ ਨੂੰ ਰਿਕਾਰਡ ਕਰਨ ਦੇ ਲਈ। ਦਾ ਗ੍ਰਾਂਟ ਆਫ ਦੀਵਾਨੀ ਕਲੀਅਰਲੀ ਵਾਜ਼ ਵਨ ਸੱਚ ਈਵੈਂਟ ਇਨ ਬ੍ਰਿਟਿਸ਼ ਇਮੈਜੀਨੇਸ਼ਨ। ਦੀਵਾਨੀ ਮਤਲਬ ਦੀਵਾਨੀ ਦਾ ਅਹੁਦਾ ਮਿਲਣਾ ਹੈ ਨਾ, ਇਹ ਵੀ ਇੱਕ ਉਹਨਾਂ ਵਾਸਤੇ ਇੱਕ ਸੁਪਨਾ ਸੱਚ ਹੋਣ ਦੇ ਬਰਾਬਰ ਸੀ ਬ੍ਰਿਟਿਸ਼ ਲੋਕਾਂ ਵਾਸਤੇ। ਐਜ਼ ਦੀਵਾਨ ਦਾ ਕੰਪਨੀ ਬਿਕੇਮ ਦਾ ਚੀਫ ਫਾਈਨੈਂਸ਼ੀਅਲ ਐਡਮਿਨਿਸਟਰੇਟਰ ਆਫ ਦਾ ਟੈਰੀਟਰੀ ਅੰਡਰ ਇਟਸ ਕੰਟਰੋਲ। ਦੀਵਾਨ ਦੇ ਅਹੁਦੇ 'ਤੇ ਜਾਣ ਤੋਂ ਬਾਅਦ ਕੰਪਨੀ ਕੀ ਬਣ ਗਈ? ਚੀਫ ਫਾਈਨੈਂਸ਼ੀਅਲ ਐਡਮਿਨਿਸਟਰੇਟਰ ਬਣ ਗਈ, ਠੀਕ ਹੈ। ਚੀਫ ਫਾਈਨੈਂਸ਼ੀਅਲ ਮਤਲਬ ਕਿ ਸਾਰੇ ਪੈਸੇ ਦਾ ਜਿਹੜਾ ਸਾਂਭ ਸੰਭਾਲ ਸੀ ਜਾਂ ਲੈਣ ਦੇਣ ਸੀ, ਉਹ ਸਾਰਾ ਕੰਪਨੀ ਦੇ ਮਤਲਬ ਕਿ ਦੇਖ ਰੇਖ ਅੰਡਰ ਹੋਣ ਲੱਗ ਗਿਆ ਹੈ ਨਾ। ਨਾਓ ਇਟ ਹੈਡ ਟੂ ਥਿੰਕ ਆਫ ਐਡਮਿਨਿਸਟਰੇਟਿੰਗ ਦਾ ਲੈਂਡ ਐਂਡ ਔਰਗਨਾਈਜ਼ਿੰਗ ਇਟਸ ਰੈਵਨਿਊ ਰਿਸੋਰਸਿਸ। ਹੁਣ ਉਹਨਾਂ ਨੂੰ ਕੀ ਸੋਚਣਾ ਚਾਹੀਦਾ ਸੀਗਾ? ਮਤਲਬ ਸੋਚਣਾ ਨਹੀਂ ਚਾਹੀਦਾ, ਉਹਨਾਂ ਨੇ ਕੀ ਸੋਚਿਆ ਇਸ ਤੋਂ ਬਾਅਦ? ਕੀ ਕਰਨ ਬਾਰੇ ਸੋਚਿਆ? ਲੈਂਡ 'ਤੇ ਮਤਲਬ ਲੈਂਡ ਜਿਹੜੀ ਲੋਕਾਂ ਕੋਲ ਸੀ, ਜਿਹਦੇ ਉੱਤੇ ਖੇਤੀ ਕਰਦੇ ਸੀ ਜਾਂ ਕੋਈ ਵੀ ਆਪਣਾ ਕੰਮ ਕਰਦੇ ਸੀ, ਅਤੇ ਉਹਦੇ ਉੱਤੋਂ ਉਹ ਕਿੰਨਾ ਟੈਕਸ ਇਕੱਠਾ ਕਰ ਸਕਦੇ ਨੇ, ਉਹ ਰਿਸੋਰਸਿਸ ਦੇ ਬਾਰੇ ਉਹਨਾਂ ਨੇ ਸੋਚਣਾ ਸ਼ੁਰੂ ਕਰਤਾ। ਦਿਸ ਹੈਡ ਟੂ ਬੀ ਡਨ ਇਨ ਅ ਵੇ ਦੈਟ ਕੁਡ ਯੀਲਡ ਇਨਫ ਰੈਵਨਿਊ ਟੂ ਮੀਟ ਦ ਗਰੋਇੰਗ ਐਕਸਪੈਂਸਿਸ ਆਫ ਦ ਕੰਪਨੀ। ਹੁਣ ਉਹਨਾਂ ਨੂੰ ਮਤਲਬ ਇਹ ਸਾਰਾ ਕੁਛ ਇੱਦਾਂ ਮੈਨੇਜ ਕਰਨਾ ਸੀ ਕਿ ਲੈਂਡਸ ਦੇ ਉੱਤੋਂ ਇੰਨਾ ਰੈਵਨਿਊ ਕਲੈਕਟ ਹੋ ਜੇ ਕਿ ਜਿਹੜੀ ਕੰਪਨੀ ਦਾ ਸਾਰਾ ਖਰਚਾ ਉਹਨਾਂ ਨੂੰ ਇੰਗਲੈਂਡ ਤੋਂ ਨਾ ਮੰਗਵਾਉਣਾ ਪਵੇ, ਅਤੇ ਉਹ ਸਿਰਫ ਇੱਥੋਂ ਦੀ ਜਿਹੜਾ ਰੈਵਨਿਊ ਕਲੈਕਟ ਹੋਊਗਾ ਸਿਰਫ ਉਹਦੇ ਨਾਲ ਹੀ ਪੂਰਾ ਹੋ ਜਾਵੇ। ਅ ਟਰੇਡਿੰਗ ਕੰਪਨੀ ਹੈਡ ਆਲਸੋ ਟੂ ਇਨਸ਼ਿਓਰ ਦੈਟ ਇਟ ਕੁਡ ਬਾਏ ਦਾ ਪ੍ਰੋਡਕਟਸ ਇਟ ਨੀਡਿਡ ਐਂਡ ਸੈਲ ਵਟ ਇਟ ਵਾਂਟਿਡ। ਉਹਨਾਂ ਨੂੰ ਇਹ ਵੀ ਚੀਜ਼ ਇਨਸ਼ਿਓਰ ਕਰਨੀ ਸੀ ਕਿ ਜਿਹੜਾ ਉਹ ਕਲੈਕਟ ਕਰਨਗੇ ਹੈ ਨਾ, ਪੈਸਾ ਜਿੰਨਾ ਵੀ ਹੋਊਗਾ, ਉਹਨਾਂ ਨੂੰ ਉਹ ਪੈਸਾ ਇੱਥੋਂ ਹੀ ਜਿੰਨੇ ਉਹ ਪ੍ਰੋਡਕਟ ਬਾਏ ਕਰਨਗੇ ਹੈ ਨਾ, ਅਤੇ ਜਿੰਨੇ ਉਹ ਵੇਚਣਗੇ ਉਹਦੇ ਵਿੱਚੋਂ ਵੀ ਉਹਨਾਂ ਨੂੰ ਇੰਨੀ ਕੁ ਆਮਦਨ ਹੋ ਜਾਏ ਕਿ ਉਹਨਾਂ ਨੂੰ ਪੂਰਾ ਮੁਨਾਫਾ ਹੋਵੇ, ਪੂਰਾ ਪ੍ਰੋਫਿਟ ਹੋਵੇ, ਠੀਕ ਹੈ। ਅਤੇ ਉਹ ਇਹ ਇਨਸ਼ਿਓਰ ਕਰਨਾ ਚਾਹੁੰਦੇ ਸੀ ਕਿ ਉਹ ਇੱਥੋਂ ਹੀ ਪ੍ਰੋਡਕਟ ਖਰੀਦ ਕੇ ਇੱਥੇ ਹੀ ਮਤਲਬ ਜਾਂ ਇੱਥੇ ਵੇਚ ਦੇਣ ਜਾਂ ਕਿਤੇ ਹੋਰ ਜਾ ਕੇ ਹੈ ਨਾ ਪ੍ਰੋਫਿਟੇਬਲ ਪੂਰਾ ਪ੍ਰੋਫਿਟ ਕਮਾਉਣ, ਠੀਕ ਹੈ। ਓਵਰ ਦਾ ਈਅਰਸ ਦਾ ਕੰਪਨੀ ਆਲਸੋ ਲਰਨਡ ਦੈਟ ਇਟ ਹੈਡ ਟੂ ਮੂਵ ਵਿਦ ਸਮ ਕੌਸ਼ਨ। ਕਈ ਸਾਲਾਂ ਤੋਂ ਬਾਅਦ ਕੰਪਨੀ ਨੂੰ ਮਤਲਬ ਇਹ ਸਮਝ ਆ ਗਈ ਕਿ ਕੁਛ ਨਾ ਕੁਛ ਮਤਲਬ ਸਮਝ ਦੇ ਅਨੁਸਾਰ ਉਹਨਾਂ ਨੂੰ ਚੱਲਣਾ ਚਾਹੀਦਾ ਹੈ ਨਾ, ਜਿਸ ਦੇ ਨਾਲ ਉਹਨਾਂ ਦਾ ਨੁਕਸਾਨ ਨਾ ਹੋਵੇ। ਬੀਇੰਗ ਐਨ ਏਲੀਅਨ ਪਾਵਰ ਇਟ ਨੀਡਿਡ ਟੂ ਪੈਸੀਫਾਈ ਦੋਜ਼ ਹੂ ਇਨ ਦਾ ਪਾਸਟ ਹੈਡ ਰੂਲਡ ਦਾ ਕੰਟਰੀ ਸਾਈਡ। ਬੀਇੰਗ ਐਂਡ ਏਲੀਅਨ ਪਾਵਰ ਏਲੀਅਨ ਕੀ ਹੁੰਦੇ ਨੇ? ਅੱਜ ਆਪਾਂ ਗੱਲ ਕਰਦੇ ਹਾਂ ਏਲੀਅਨਸ ਦੀ, ਤਾਂ ਹੁੰਦਾ ਗਾ ਅਰਥ ਤੋਂ ਕਿਸੇ ਹੋਰ ਪਲੈਨਟ 'ਤੇ ਆਉਣਾ ਹੈ ਨਾ, ਮਤਲਬ ਕਿਸੇ ਹੋਰ ਪਲੈਨਟ ਤੋਂ ਜੇ ਕੋਈ ਇੱਥੇ ਆਊਗਾ ਆਪਾਂ ਉਹਨੂੰ ਕਹਾਂਗੇ ਏਲੀਅਨ। ਸੋ ਏਲੀਅਨਸ ਇਹਨਾਂ ਨੂੰ ਤਾਂ ਕਿਹਾ ਗਿਆ ਕਿਉਂਕਿ ਇਹ ਇੰਗਲੈਂਡ ਤੋਂ ਇੱਥੇ ਆਏ ਸੀ, ਠੀਕ ਹੈ। ਉਹਨਾਂ ਨੂੰ ਮਤਲਬ ਇਹ ਚੀਜ਼ ਸੋਚਣ 'ਚ ਆਈ ਉਹਨਾਂ ਦੇ ਦਿਮਾਗ 'ਚ, ਉਹਨਾਂ ਨੇ ਇਸ ਚੀਜ਼ 'ਤੇ ਵਰਕ ਕਰਨਾ ਸਟਾਰਟ ਕੀਤਾ ਕਿ ਪਾਸਟ ਦੇ ਵਿੱਚ ਕਿਹਨਾਂ ਨੇ ਇਸ ਜਗ੍ਹਾ 'ਤੇ ਜਿਹੜੀ ਪਾਰਟੀਕੂਲਰ ਜਗ੍ਹਾ 'ਤੇ ਉਹ ਜਾਂਦੇ ਸੀ, ਉਸ ਕੰਟਰੀ ਜਾਂ ਉਸ ਪਲੇਸ ਦੇ ਉੱਤੇ ਕਿਸ ਦਾ ਰਾਜ ਸੀ। ਉਹਨਾਂ ਨੇ ਇਸ ਚੀਜ਼ ਉੱਤੇ ਵਰਕ ਕਰਨਾ ਸਟਾਰਟ ਕੀਤਾ। ਐਂਡ ਐਨਜੋਇਡ ਅਥੋਰਿਟੀ ਐਂਡ ਪ੍ਰੈਸਟਾਈਜ਼। ਅਤੇ ਉਹਨਾਂ ਨੇ ਕੀ ਕੀਤਾ? ਅਥੋਰਿਟੀ ਯਾਨੀ ਕਿ ਅਹੁਦਾ ਤਾਂ ਉਹਨਾਂ ਕੋਲ ਹੈਗਾ ਹੀ ਸੀ, ਅਤੇ ਉਹਨਾਂ ਨੇ ਪੂਰੀ ਮਤਲਬ ਪ੍ਰਾਹੁਣਚਾਰੀ ਉਹਨਾਂ ਨੂੰ ਮਤਲਬ ਮਿਲੀ ਲੋਕਾਂ ਦੁਆਰਾ ਜਿੱਥੇ ਜਿੱਥੇ ਉਹ ਜਾਂਦੇ ਸੀਗੇ। ਅਤੇ ਮਤਲਬ ਜਿੱਥੇ ਉਹ ਜਾਂਦੇ ਨਹੀਂ ਸੀ,
ਜਿੱਥੇ ਜਿੱਥੇ ਪੁਰਾਣੇ ਲੋਕਾਂ ਨੇ ਰਾਜ ਕੀਤਾ ਸੀ ਅਤੇ ਉਹਨਾਂ ਨੂੰ ਉਹ ਅਥੋਰਿਟੀ ਜਿਹੜੀ ਮਿਲੀ ਸੀ ਉਹਨਾਂ ਨੇ ਕਿੱਦਾਂ ਇੰਜੋਏ ਕਰੀ ਅਤੇ ਕਿੱਦਾਂ ਉੱਥੇ ਰਾਜ ਕੀਤਾ। ਦੋਜ਼ ਹੂ ਹੈਡ ਹੈਲਡ ਲੋਕਲ ਪਾਵਰ ਹੈਡ ਟੂ ਬੀ ਕੰਟਰੋਲਡ ਬਟ ਦੇ ਕੁਡ ਨੋਟ ਬੀ ਇੰਟਾਇਰਲੀ ਐਲੀਮੀਨੇਟਿਡ। ਹੁਣ ਜਿਨ੍ਹਾਂ ਕੋਲ ਲੋਕਲ ਪਾਵਰਸ ਸੀਗੀਆਂ, ਠੀਕ ਹੈ, ਉੱਥੋਂ ਮੰਨ ਲਓ ਆਪਾਂ ਇੱਕ ਪਿੰਡ 'ਚ ਜਾਂਦੇ ਹਾਂ, ਉੱਥੋਂ ਦੀ ਲੋਕਲ ਪਾਵਰ ਇੱਕ ਪਿੰਡ ਦੀ ਪੰਚਾਇਤ ਕੋਲ ਹੁੰਦੀ ਹੈ, ਸਰਪੰਚ ਕੋਲ ਹੁੰਦੀ ਹੈ, ਹੈ ਨਾ, ਮੈਂਬਰਸ ਕੋਲ ਹੁੰਦੀ ਹੈ। ਸੋ ਕੁਛ ਪੀਪਲ ਸੀਗੇ ਜਿਹੜੇ ਜਿਨ੍ਹਾਂ ਕੋਲ ਕਿਸੇ ਖਾਸ ਜਗ੍ਹਾ ਦੀ ਲੋਕਲ ਪਾਵਰ ਹੁੰਦੀ ਹੈ, ਉਹਨਾਂ ਨੂੰ ਸਿਰਫ ਕੰਟਰੋਲ ਕਰਨਾ ਸੀ ਕੰਪਨੀ ਨੇ, ਉਹਨਾਂ ਨੂੰ ਬਾਹਰ ਨਹੀਂ ਕੱਢਣਾ ਸੀ। ਐਲੀਮੀਨੇਟ ਮਤਲਬ ਟੋਟਲੀ ਬਾਹਰ ਕਰ ਦੇਣਾ, ਬਿਲਕੁਲ ਬਾਹਰ, ਜਾਂ ਮਾਰਨਾ, ਬਿਲਕੁਲ ਮਾਰ ਦੇਣਾ, ਖ਼ਤਮ ਕਰ ਦੇਣਾ, ਇਹ ਨਹੀਂ ਕਰਨਾ ਸੀ ਉਹਨਾਂ ਨੇ, ਸਿਰਫ ਕੰਟਰੋਲ ਕਰਨਾ ਸੀ ਉਹ ਲੋਕਾਂ ਨੂੰ। ਹਾਊ ਵਾਸ ਦਿਸ ਟੂ ਬੀ ਡਨ, ਇਹ ਕਿੱਦਾਂ ਕੀਤਾ ਜਾ ਸਕਦਾ ਸੀ। ਇਨ ਦਿਸ ਚੈਪਟਰ ਵੀ ਵਿਲ ਸੀ ਦਾ ਹਾਊ ਦ ਕੰਪਨੀ ਕਮ ਟੂ ਕਲੋਨਾਈਜ਼ ਦ ਕੰਟਰੀ ਸਾਈਡ, ਔਰਗਨਾਈਜ਼ ਰੈਵਨਿਊ ਰਿਸੋਰਸਿਸ, ਰੀਡਿਫਾਈਨ ਦ ਰਾਈਟਸ ਆਫ ਪੀਪਲ ਐਂਡ ਪ੍ਰੋਡਿਊਸ ਦ ਕ੍ਰੋਪਸ ਇਟ ਵਾਂਟਡ। ਮਤਲਬ ਕਿ ਆਪਣਾ ਫਾਇਦਾ ਉਹ ਕਿਵੇਂ ਕਰ ਸਕਦੇ ਸੀ, ਲੋਕਾਂ ਨੂੰ ਕਿਵੇਂ ਵੰਡ ਸਕਦੇ ਸੀ, ਅਲੱਗ-ਅਲੱਗ ਧੜਿਆਂ ਦੇ ਵਿੱਚ ਕਿਵੇਂ ਆਪਣਾ ਮਤਲਬ ਕਿ ਟੈਕਸ ਇਕੱਠਾ ਕਰ, ਮਤਲਬ ਕਿ ਕੁੱਲ ਮਿਲਾ ਕੇ ਸਿਰਫ ਆਪਣਾ ਫਾਇਦਾ ਉਹ ਕਿੱਦਾਂ ਕਰ ਸਕਦੇ ਸੀ। ਠੀਕ ਹੈ ਬੱਚੇ, ਹੁਣ ਆਪਾਂ ਪੜ੍ਹਦੇ ਹਾਂ ਇਹ ਚੈਪਟਰ ਦੇ ਵਿੱਚ। ਰੈਵਨਿਊ ਫॉर ਦ ਕੰਪਨੀ ਹੈਡ ਬਿਕਮ ਦਾ ਦੀਵਾਨ ਬਟ ਇਟ ਸਟਿਲ ਸੌ ਇਟਸੈਲਫ ਪ੍ਰਾਇਮਰੀਲੀ ਐਜ਼ ਅ ਟਰੇਡਰ। ਹੁਣ ਕੰਪਨੀ ਬੇਸ਼ੱਕ ਦੀਵਾਨ ਬਣ ਚੁੱਕੀ ਸੀ, ਬਟ ਹਾਲੇ ਵੀ ਉਹ ਆਪਣੇ ਆਪ ਨੂੰ ਇੱਕ ਵਪਾਰੀ, ਜੋ ਕਿ ਉੱਥੇ ਸਿਰਫ ਇੱਕ ਟਰੇਡ ਕਰਨ ਆਇਆ ਸੀਗਾ, ਉਹਦੇ ਤੌਰ 'ਤੇ ਹੀ ਦੇਖਦੀ ਸੀ। ਇਟ ਵਾਂਟਡ ਅ ਲਾਰਜ ਰੈਵਨਿਊ ਇਨਕਮ ਬਟ ਵਾਜ਼ ਅਨਵਿਲਿੰਗ ਟੂ ਸੈਟ ਅਪ ਐਨੀ ਰੈਗੂਲਰ ਸਿਸਟਮ ਆਫ ਅਸੈਸਮੈਂਟ ਐਂਡ ਕਲੈਕਸ਼ਨ। ਕੰਪਨੀ ਚਾਹੁੰਦੀ ਸੀ ਕਿ ਉਹਦੇ ਕੋਲ ਲਾਰਜ ਰੈਵਨਿਊ ਇਕੱਠਾ ਹੋਵੇ, ਲਾਰਜ ਟੈਕਸ ਜਿਹੜਾ ਇਕੱਠਾ ਹੋਵੇ, ਠੀਕ ਹੈ, ਵੱਡੇ ਅਮਾਊਂਟ ਦੇ ਵਿੱਚ, ਅਤੇ ਪਰ ਉਹ ਕੀ ਕਹਿੰਦੇ ਨੇ, ਅਨਵਿਲਿੰਗ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਉਹ ਕਰ ਨਹੀਂ ਪਾ ਰਹੀ ਸੀ, ਹੈ ਨਾ, ਕਿ ਉਹ ਵੱਡਾ ਸਿਸਟਮ ਐਡਾ ਸੈਟਅਪ ਕਰ ਨਹੀਂ ਪਾ ਰਹੀ ਸੀ, ਸੈਟਅਪ ਨਹੀਂ ਕਰ ਪਾ ਰਹੀ ਸੀ ਜਿਹਦੇ ਤੋਂ ਉਹਨਾਂ ਨੂੰ ਇੰਨੀ ਜ਼ਿਆਦਾ ਇਨਕਮ ਹੋਵੇ। ਦ ਐਫਰਟ ਵਾਜ਼ ਟੂ ਇਨਕਰੀਜ਼ ਦ ਰੈਵਨਿਊ ਐਜ਼ ਮਚ ਐਜ਼ ਇਟ ਕੁਡ ਐਂਡ ਬਾਈ ਫਾਈਨ ਕਾਟਨ ਐਂਡ ਸਿਲਕ ਕਲੋਥ ਐਜ਼ ਚੀਪਲੀ ਐਜ਼ ਪੋਸੀਬਲ। ਉਹਨਾਂ ਦਾ ਇੱਕੋ ਇੱਕ ਐਫਰਟ ਸੀ, ਉਹਨਾਂ ਦਾ ਆਪਣਾ ਟੈਕਸ ਵਧਾਉਣਾ ਜਿਹੜਾ ਕਿ ਉਹ ਕਿਤੋਂ ਕਲੈਕਟ ਕਰ ਰਹੇ ਸੀ, ਠੀਕ ਹੈ, ਅਤੇ ਉੱਥੋਂ ਦੀ ਵਧੀਆ ਕੁਆਲਿਟੀ ਦੀ ਕਾਟਨ ਅਤੇ ਸਿਲਕ ਇੰਨੀ ਜ਼ਿਆਦਾ ਸਸਤੀ ਖਰੀਦਣੀ ਕਿ ਉਹਨਾਂ ਨੂੰ ਪੂਰਾ ਜ਼ਿਆਦਾ ਮੁਨਾਫਾ ਹੋਵੇ। ਵਿਦਇਨ 5 years ਦ ਵੈਲਿਊ ਆਫ ਗੁੱਡਸ ਬੋਟ ਬਾਏ ਦ ਕੰਪਨੀ ਇਨ ਬੰਗਾਲ ਡਬਲਡ। 5 ਸਾਲਾਂ ਦੇ ਵਿੱਚ ਕਹਿੰਦੇ ਜਿਹੜਾ ਗੁੱਡਸ, ਜਿਹੜਾ ਕਿ ਸਮਾਨ ਉਹਨਾਂ ਨੇ ਕੰਪਨੀ ਨੇ ਖਰੀਦਿਆ ਸੀਗਾ ਬੰਗਾਲ ਦੇ ਵਿੱਚ, ਅਤੇ ਉਹਦਾ ਮਤਲਬ ਕਿ ਡਬਲ ਹੋ ਗਈ ਉਸ ਦੀ ਵੈਲਿਊ। ਬਿਫੋਰ 1865 ਦ ਕੰਪਨੀ ਹੈਡ ਪਰਚੇਸਡ ਗੁੱਡਸ ਇਨ ਇੰਡੀਆ ਬਾਈ ਇੰਪੋਰਟਿੰਗ ਗੋਲਡ ਐਂਡ ਸਿਲਵਰ ਫਰੋਮ ਬ੍ਰਿਟੇਨ। 1865 ਤੋਂ ਪਹਿਲਾਂ ਕੰਪਨੀ ਨੇ ਜੋ ਵੀ ਚੀਜ਼ਾਂ ਖਰੀਦੀਆਂ ਸੀ ਇੰਡੀਆ ਦੇ ਵਿੱਚੋਂ, ਆਪਣਾ ਗੋਲਡ ਅਤੇ ਸਿਲਵਰ ਦੇ ਕੇ ਹੀ ਖਰੀਦੀਆਂ ਸੀ, ਬ੍ਰਿਟੇਨ ਤੋਂ ਲਿਆਂਦਾ ਗਿਆ ਸੀ ਜਿਹੜਾ। ਨਾਓ ਦਾ ਰੈਵਨਿਊ ਕਲੈਕਟਡ ਇਨ ਬੰਗਾਲ ਕੁਡ ਫਾਈਨੈਂਸ ਦਾ ਪਰਚੇਜ਼ ਆਫ ਗੁੱਡਸ ਫॉर ਐਕਸਪੋਰਟ। ਹੁਣ ਜਿਹੜਾ ਰੈਵਨਿਊ ਯਾਨੀ ਕਿ ਜਿਹੜਾ ਟੈਕਸ ਉਹਨਾਂ ਨੂੰ ਬੰਗਾਲ ਦੇ ਵਿੱਚੋਂ ਮਿਲਦਾ ਸੀਗਾ, ਉਹ ਚੀਜ਼ ਕੀ ਪੂਰੀ ਕਰ ਦਿੰਦਾ ਸੀਗਾ, ਜਿਹੜੇ ਉਹ ਮਤਲਬ ਕਿ ਪਹਿਲਾਂ ਉਹਨਾਂ ਨੂੰ ਗੋਲਡ ਅਤੇ ਸਿਲਵਰ ਦੇਣਾ ਪੈਂਦਾ ਸੀ, ਬਟ ਹੁਣ ਉਹ ਸਿਰਫ ਉਹ ਰੈਵਨਿਊ ਨਾਲ ਹੀ ਆਪਣਾ ਸਾਰਾ ਖਰਚਾ ਚਲਾ ਲੈਂਦੇ ਸੀ। Soon it was clear that Bengal economy was facing a deep crisis. Artisans were deserting villages since they were being forced to sell their goods to the company at low prices. ਛੇਤੀ ਹੀ ਇਹ ਚੀਜ਼ ਮਤਲਬ ਕਿ ਸਾਰਿਆਂ ਸਾਹਮਣੇ ਆ ਗਈ ਸੀ, ਅਤੇ ਕਿ ਬੰਗਾਲ ਦੀ ਜਿਹੜੀ ਇਕੋਨਮੀ ਉਹ ਬਹੁਤ ਜ਼ਿਆਦਾ ਡਿੱਗ ਚੁੱਕੀ ਸੀ, ਬਹੁਤ ਜ਼ਿਆਦਾ ਘਾਟਾ ਉਹਨੂੰ ਪੈ ਗਿਆ ਸੀ, ਠੀਕ ਹੈ। ਆਰਟੀਸਨਸ ਵਰ ਡਿਜ਼ਰਟਿੰਗ ਵਿਲੇਜਿਸ, ਮਤਲਬ ਕਿ ਹੁਣ ਉਹ ਪਿੰਡ ਛੱਡ ਕੇ ਜਾ ਰਹੇ ਸੀ, ਹੈ ਨਾ, ਜਿਹੜੇ ਫੇਮਸ ਆਰਟਿਸਟ ਸੀਗੇ ਉਹਨਾਂ ਨੂੰ ਪਿੰਡ ਛੱਡਣਾ ਪੈ ਰਿਹਾ ਸੀ, ਕਿਉਂਕਿ ਉਹਨਾਂ ਨੂੰ ਆਪਣਾ ਜਿਹੜਾ ਸਮਾਨ ਸੀ, ਜਿਹੜੀ ਆਪਣੀ ਕਲਾ ਸੀ, ਉਹ ਬਹੁਤ ਹੀ ਘੱਟ ਕੀਮਤ ਦੇ ਵਿੱਚ ਵੇਚਣੀ ਪੈ ਰਹੀ ਸੀ ਕੰਪਨੀ ਨੂੰ, ਠੀਕ ਹੈ। ਪੀਸੈਂਟਸ ਵਰ ਅਨੇਬਲ ਟੂ ਪੇ ਦਾ ਡਿਊਜ਼ ਦੈਟ ਵਰ ਬੀਇੰਗ ਡਿਮਾਂਡਡ ਫਰੋਮ ਦੈਮ। ਪੀਸੈਂਟਸ ਯਾਨੀ ਕਿ ਜਿਹੜੇ ਕੰਮ ਕਰਨ ਵਾਲੇ ਸੀ, ਕਰਮਚਾਰੀ ਆਪਾਂ ਕਹਿ ਸਕਦੇ ਹਾਂ, ਉਹਨਾਂ ਨੇ ਆਪਣੇ ਜਿਹੜੇ ਉਹਨਾਂ ਨੂੰ ਰੈਵਨਿਊ ਉਹਨਾਂ ਨੇ ਲਾਗੂ ਕੀਤਾ ਸੀ ਜਾਂ ਟੈਕਸ ਦੇਣਾ ਪੈਂਦਾ ਸੀ, ਉਹ ਅਨਏਬਲ ਸੀ, ਮਤਲਬ ਕਿ ਉਹ ਪੇ ਨਹੀਂ ਕਰ ਸਕਦੇ ਸੀ, ਇੰਨੇ ਜ਼ਿਆਦਾ ਮਜਬੂਰ ਹੋ ਗਏ ਸੀ, ਇੰਨੇ ਜ਼ਿਆਦਾ ਗਰੀਬ ਹੋ ਚੁੱਕੇ ਸੀ, ਠੀਕ ਹੈ। ਆਰਟੀਸਨਲ ਪ੍ਰੋਡਕਸ਼ਨ ਵਾਜ਼ ਇਨ ਡਿਕਲਾਈਨ ਐਂਡ ਐਗਰੀਕਲਚਰਲ ਕਲਟੀਵੇਸ਼ਨ ਸ਼ੋਡ ਸਾਇੰਸ ਆਫ ਕਲੈਪਸ। ਹੁਣ ਆਰਟਿਸਟ ਸੀਗੇ ਜਿਹੜੇ, ਉਹਨਾਂ ਦੇ ਮਤਲਬ ਕਿ ਗਿਣਤੀ ਦੇ ਵਿੱਚ ਕਮੀ ਆਉਣੀ ਸ਼ੁਰੂ ਹੋ ਗਈ, ਅਤੇ ਜਿਹੜੇ ਐਗਰੀਕਲਚਰ ਦੀ ਪ੍ਰੋਡਕਸ਼ਨ ਹੋ ਰਹੀ ਸੀ ਉਹਦੇ ਵਿੱਚ ਵੀ ਘਾਟਾ ਮਤਲਬ ਪੈਣ ਲੱਗ ਗਿਆ ਸੀ ਉੱਥੋਂ ਦੇ ਲੋਕਾਂ ਨੂੰ। ਦੈਨ ਉਹਦਾ ਰੀਜ਼ਨ ਇਹੀ ਸੀ ਕਿ ਉਹਨਾਂ ਨੂੰ ਮਤਲਬ ਕਿ ਕਮਾਈ ਘੱਟ ਹੁੰਦੀ ਸੀ, ਉਹਨਾਂ ਨੂੰ ਟੈਕਸ ਵੱਧ ਦੇਣਾ ਪੈਂਦਾ ਸੀ। ਦੈਨ ਇਨ 1770 ਅ ਟੈਰੀਬਲ ਫੈਮਾਈਨ ਕਿਲਡ 10 ਮਿਲੀਅਨ ਪੀਪਲ ਇਨ ਬੰਗਾਲ। ਹੁਣ 1770 ਦੇ ਵਿੱਚ ਇੱਕ ਕਹਿੰਦੇ ਬਹੁਤ ਭਿਆਨਕ ਬਿਮਾਰੀ ਆ ਗਈ, ਠੀਕ ਹੈ, ਜਿਸ ਦੇ ਨਾਲ 10 ਮਿਲੀਅਨ ਪੀਪਲ, ਮਿਲੀਅਨ ਹੁੰਦਾ 10 ਲੱਖ, ਮਤਲਬ ਕਿ 1 ਕਰੋੜ ਪੀਪਲ ਦੀ ਡੈਥ ਹੋ ਗਈ ਬੰਗਾਲ ਦੇ ਵਿੱਚ। ਅਬਾਊਟ 1/3 ਆਫ ਦਾ ਪਾਪੂਲੇਸ਼ਨ ਵਾਜ਼ ਵਾਈਪਡ ਆਊਟ। 1/3 ਯਾਨੀ ਕਿ ਜੇ ਟੋਟਲ ਪਾਪੂਲੇਸ਼ਨ ਨੂੰ ਆਪਾਂ 3 ਹਿੱਸਿਆਂ ਦੇ ਵਿੱਚ ਵੰਡ ਲਈਏ, ਉਹਦੇ ਵਿੱਚੋਂ ਇੱਕ ਹਿੱਸਾ ਬਿਲਕੁਲ ਹੀ ਪਾਪੂਲੇਸ਼ਨ ਬਿਲਕੁਲ ਖ਼ਤਮ ਹੋ ਗਈ ਸੀ, ਠੀਕ ਹੈ, ਇਸ ਫੈਮਾਈਨ ਦੇ ਨਾਲ। ਦ ਨੀਡ ਟੂ ਇੰਪਰੂਵ ਐਗਰੀਕਲਚਰ। ਹੁਣ ਐਗਰੀਕਲਚਰ ਨੂੰ ਮਤਲਬ ਕਿ ਸੁਧਾਰ 'ਚ ਲਿਆਉਣ ਦੀ ਲੋੜ ਸੀ। ਇਫ ਦਾ ਇਕੋਨਮੀ ਵਾਜ਼ ਇਨ ਰੂਇਨਸ ਕੁਡ ਦਾ ਕੰਪਨੀ ਬੀ ਸਰਟੇਨ ਆਫ ਇਟਸ ਰੈਵਨਿਊ ਇਨਕਮ।
Most company officials began to feel that investment in land had to be encouraged and agriculture had to be improved. ਹੁਣ ਇਕੋਨਮੀ ਜਦੋਂ ਬੰਗਾਲ ਦੀ ਮਤਲਬ ਘਾਟੇ 'ਚ ਚਲੀ ਗਈ, ਠੀਕ ਹੈ, ਕੰਪਨੀ ਨੂੰ ਰੈਵੈਨਿਊ ਇਨਕਮ ਕਿੱਥੋਂ ਮਿਲਣੀ ਸੀ ਜਦੋਂ ਕਿਸੇ ਨੂੰ ਕਮਾਈ ਹੋ ਹੀ ਨਹੀਂ ਰਹੀ ਸੀ। ਉਹਨਾਂ ਨੂੰ ਇਸ ਚੀਜ਼ ਆਪਣੀ ਇਨਕਮ ਵਧਾਉਣ ਦੇ ਲਈ ਉਹਨਾਂ ਨੇ ਲੈਂਡ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਨੀ ਸ਼ੁਰੂ ਕੀਤੀ ਅਤੇ ਲੋਕਾਂ ਨੂੰ ਮਤਲਬ ਇਨਕਰੇਜ ਕੀਤਾ ਕਿ ਹੋਰ ਜ਼ਿਆਦਾ ਐਗਰੀਕਲਚਰ ਕਰੋ ਅਤੇ ਐਗਰੀਕਲਚਰ ਦੇ ਮੈਥਡਸ ਉਹਨਾਂ ਨੇ ਇੰਪਰੂਵ ਕਰਨ ਐਗਰੀਕਲਚਰ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ। ਹਾਊ ਵਾਜ਼ ਦਿਸ ਟੂ ਬੀ ਡਨ, ਉਹ ਕਿੱਦਾਂ ਕੀਤਾ ਉਹਨਾਂ ਨੇ? ਆਫਟਰ 2 decades ਆਫ ਡਿਬੇਟ ਔਨ ਦਾ ਕੁਐਸਚਨ, 2 decades ਯਾਨੀ ਕਿ 20 years, 1 decade is equal to 10 years, the company finally introduced the permanent settlement in 1793। 20 ਸਾਲ ਬਾਅਦ ਕੰਪਨੀ ਨੇ ਇੰਟਰੋਡਿਊਸ ਕੀਤਾ ਕਿ ਪਰਮਾਨੈਂਟ ਸੈਟਲਮੈਂਟ ਯਾਨੀ ਕਿ ਇੱਕ ਜਗ੍ਹਾ 'ਤੇ ਰਹਿ ਕੇ ਹੀ ਖੇਤੀ ਕਰਨ ਦਾ ਪ੍ਰਸਤਾਵ ਉਹਨਾਂ ਨੇ ਜਾਰੀ ਕੀਤਾ 1793 ਦੇ ਵਿੱਚ। ਬਾਏ ਦਾ ਟਰਮਸ ਆਫ ਦਾ ਸੈਟਲਮੈਂਟ ਦਾ ਰਾਜਾਸ ਐਂਡ ਤਲੂਕਦਾਰਸ ਵਰ ਰੈਕਗਨਾਈਜ਼ਡ ਐਜ਼ ਜ਼ਮੀਨਦਾਰਸ। ਇਸ ਸੈਟਲਮੈਂਟ ਦੇ ਅਕੋਰਡਿੰਗ ਜਿਹੜੇ ਰਾਜਾਸ ਅਤੇ ਤਲੂਕਦਾਰ ਸੀ ਉਹਨਾਂ ਨੂੰ ਜ਼ਮੀਨਦਾਰ ਦੀ ਮਤਲਬ ਕਿ ਰੈਕੋਗਨੀਸ਼ਨ ਦਿੱਤੀ, ਪਹਿਚਾਣ ਦਿੱਤੀ। ਦੇ ਵਰ ਆਸਕਡ ਟੂ ਕਲੈਕਟ ਰੈਂਟ ਫਰੋਮ ਦਾ ਪੀਸੈਂਟਸ ਐਂਡ ਪੇ ਰੈਵੈਨਿਊ ਟੂ ਦਾ ਕੰਪਨੀ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਰੈਂਟ ਜਿਹੜਾ ਪੀਸੈਂਟਸ ਜਿਹੜੇ ਕੰਮ ਕਰਦੇ ਸੀ ਮਤਲਬ ਜਿਹੜੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਜਾਂ ਜਿਹੜੇ ਹੋਰ ਕੰਮ ਕਰਦੇ ਸੀ ਉੱਥੇ, ਠੀਕ ਹੈ, ਉਹਨਾਂ ਤੋਂ ਟੈਕਸ ਇਕੱਠਾ ਕਰੋ ਅਤੇ ਕੰਪਨੀ ਨੂੰ ਉਹ ਟੈਕਸ ਪੇ ਕਰ ਦਿਓ, ਠੀਕ ਹੈ। ਉਹਨਾਂ ਦੀ ਕੁਛ ਤਨਖਾਹਾਂ ਰੱਖ ਦਿੱਤੀਆਂ ਇਹ ਕੰਮ ਕਰਨ ਦੇ ਲਈ। ਤਾਂ ਅਮਾਊਂਟ ਟੂ ਬੀ ਪੇਡ ਵਾਜ਼ ਫਿਕਸਡ ਪਰਮਾਨੈਂਟਲੀ ਦੈਟ ਇਜ਼ ਇਟ ਵਾਜ਼ ਨੋਟ ਟੂ ਬੀ ਇਨਕਰੀਜ਼ਡ ਐਵਰ ਇਨ ਫਿਊਚਰ। ਹੁਣ ਇਹ ਜਿੰਨੀ ਅਮਾਊਂਟ ਉਹਨਾਂ ਨੇ ਟੈਕਸ ਦੇ ਵਿੱਚ ਮਤਲਬ ਪੇ ਕਰਨੀ ਸੀ ਉਹਨਾਂ ਨੂੰ ਉਹ ਫਿਕਸ ਕਰਤੀ ਕਿ ਇਹਨੂੰ ਕਦੇ ਇਨਕਰੀਜ਼ ਨਹੀਂ ਕੀਤਾ ਜਾਊਗਾ ਫਿਊਚਰ ਦੇ ਵਿੱਚ, ਬਸ ਇੰਨਾ ਹੀ ਤੁਸੀਂ ਪੇ ਕਰਨਾ, ਬੇਸ਼ੱਕ ਕਿੰਨੀ ਮਰਜ਼ੀ ਇਨਕਮ ਤੁਹਾਡੀ ਵੱਧ ਜੇ ਬਟ ਤੁਸੀਂ ਟੈਕਸ ਸਿਰਫ ਇੰਨਾ ਹੀ ਪੇ ਕਰਨਾ। ਇਟ ਵਾਜ਼ ਫੈਲਟ ਦੈਟ ਦਿਸ ਵੁੱਡ ਇਨਸ਼ਿਓਰ ਅ ਰੈਗੂਲਰ ਫਲੋ ਆਫ ਰੈਵੈਨਿਊ ਇਨ ਟੂ ਦਾ ਕੰਪਨੀਜ਼ ਕੋਫਰਸ ਐਂਡ ਐਟ ਦਾ ਸੇਮ ਟਾਈਮ ਐਨਕਰੇਜ ਦਾ ਜ਼ਮੀਨਦਾਰਸ ਟੂ ਇਨਵੈਸਟ ਇਨ ਇੰਪਰੂਵਿੰਗ ਦਾ ਲੈਂਡ। ਹੁਣ ਇਹਦੇ ਨਾਲ ਫਾਇਦਾ ਕੀ ਸੀਗਾ ਕਿ ਰੈਵੈਨਿਊ ਯਾਨੀ ਕਿ ਟੈਕਸ ਸੀਗਾ ਜਿਹੜਾ ਉਹ ਕੰਪਨੀ ਨੂੰ ਮਿਲੀ ਜਾਊਗਾ ਅਤੇ ਇਹਦੇ ਨਾਲ ਮਤਲਬ ਜ਼ਮੀਨਦਾਰ ਕੀ ਕਰਨਗੇ, ਆਪਣੀ ਖੇਤੀ ਨੂੰ ਹੋਰ ਜ਼ਿਆਦਾ ਇੰਪਰੂਵ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹਨਾਂ ਨੂੰ ਇਨਕਮ ਵੱਧ ਹੋਵੇ, ਠੀਕ ਹੈ। ਅਤੇ ਉਹਨਾਂ ਨੇ ਟੈਕਸ ਤਾਂ ਓਨਾ ਹੀ ਪੇ ਕਰਨਾ ਬਟ ਇਨਕਮ ਉਹ ਜਿੰਨੀ ਮਰਜ਼ੀ ਇਨਕਰੀਜ਼ ਕਰ ਲੈਣ ਉਹ ਸਿਰਫ ਉਹਨਾਂ ਦੀ ਆਪਣੀ ਹੋਏਗੀ। ਸਿੰਸ ਦਾ ਰੈਵੈਨਿਊ ਡਿਮਾਂਡ ਆਫ ਦਾ ਸਟੇਟ ਵੁੱਡ ਨਾਟ ਬੀ ਇਨਕਰੀਜ਼ਡ ਦਾ ਜ਼ਮੀਨਦਾਰ ਵੁੱਡ ਬੈਨੀਫਿਟ ਫਰੋਮ ਦਾ ਇਨਕਰੀਜ਼ਡ ਪ੍ਰੋਡਕਸ਼ਨ ਆਫ ਦਾ ਲੈਂਡ। ਇਹੀ ਗੱਲ ਹੈ ਨਾ ਕਿ ਹੁਣ ਰੈਵੈਨਿਊ ਤਾਂ ਫਿਕਸਡ ਹੈ ਅਤੇ ਜਿੰਨੀ ਉਹਦੀ ਇਨਕਮ ਹੋਊਗੀ ਉਹ ਜ਼ਮੀਨਦਾਰ ਦੀ ਖੁਦ ਆਪਣੀ ਹੋਊਗੀ, ਬੈਨੀਫਿਟ ਹੋਊਗਾ ਉਹਦਾ ਆਪਣਾ। ਦਾ ਪ੍ਰੋਬਲਮ ਦਾ ਪਰਮਾਨੈਂਟ ਸੈਟਲਮੈਂਟ ਹਾਊ ਐਵਰ ਕ੍ਰੀਏਟਿਡ ਪ੍ਰੋਬਲਮਸ, ਇਹਦੇ ਨਾਲ ਪ੍ਰੋਬਲਮਸ ਕ੍ਰੀਏਟ ਹੋ ਗਈਆਂ। ਕੰਪਨੀ ਆਫੀਸ਼ੀਅਲਸ ਸੂਨ ਡਿਸਕਵਰਡ ਦੈਟ ਦਾ ਜ਼ਮੀਨਦਾਰਸ ਵਰ ਇਨ ਫੈਕਟ ਨਾਟ ਇਨਵੈਸਟਿੰਗ ਇਨ ਦਾ ਇੰਪਰੂਵਮੈਂਟ ਆਫ ਲੈਂਡ। ਕੰਪਨੀ ਦੇ ਅਫੀਸ਼ੀਅਲਸ ਨੂੰ ਪਤਾ ਲੱਗਿਆ ਕਿ ਜ਼ਮੀਨਦਾਰਸ ਤਾਂ ਇੰਪਰੂਵ ਹੀ ਨਹੀਂ ਕਰ ਰਹੇ ਹੈ ਨਾ, ਆਪਣੀ ਲੈਂਡ ਦੀ ਇੰਪਰੂਵਮੈਂਟ ਵਾਸਤੇ ਕੋਈ ਕੰਮ ਨਹੀਂ ਕਰ ਰਹੇ। ਦਾ ਰੈਵੈਨਿਊ ਦੈਟ ਹੈਡ ਬੀਨ ਫਿਕਸਡ ਵਾਸ ਸੋ ਹਾਈ ਦੈਟ ਦਾ ਜ਼ਮੀਨਦਾਰਸ ਫਾਊਂਡ ਇਟ ਡਿਫੀਕਲਟ ਟੂ ਪੇ। ਇੰਨੀ ਜਿੰਨੀ ਉਹਨਾਂ ਨੇ ਫਿਕਸ ਕੀਤੀ ਸੀ ਰੈਵੈਨਿਊ ਉਹ ਇੰਨੀ ਜ਼ਿਆਦਾ ਲੱਗਦੀ ਸੀ ਇਹ ਜ਼ਮੀਨਦਾਰਸ ਨੂੰ ਪੇ ਕਰਨ ਵਾਸਤੇ ਕਿ ਉਹ ਪੇ ਨਹੀਂ ਕਰ ਪਾਉਂਦੇ ਸੀ। ਐਨੀ ਵਨ ਹੂ ਫੇਲਡ ਟੂ ਪੇ ਦਾ ਰੈਵੈਨਿਊ ਲੋਸਟ ਹਿਸ ਜ਼ਮੀਨਦਾਰੀ। ਜੇ ਕੋਈ ਰੈਵੈਨਿਊ ਪੇ ਕਰਨ ਤੋਂ ਮਨਾ ਕਰਦਾ ਸੀ ਜਾਂ ਕਾਬਿਲ ਨਹੀਂ ਸੀ ਉਹ ਪੇ ਕਰਨ ਦੇ ਤਾਂ ਉਹਦੀ ਜ਼ਮੀਨਦਾਰੀ ਉਹ ਤੋਂ ਖੋਹ ਲੈਂਦੇ ਸੀ, ਉਹਦਾ ਜਿਹੜੀ ਪੋਸਟ ਸੀ ਜਾਂ ਅਹੁਦਾ ਸੀ ਉਹਦਾ ਉਸ ਤੋਂ ਮਤਲਬ ਕਿ ਖੋਹ ਲੈਂਦੇ ਸੀ। ਨਿਊਮਰਸ ਜ਼ਮੀਨਦਾਰੀਸ ਵਰ ਸੋਲਡ ਆਫ ਐਟ ਆਕਸ਼ਨਸ ਆਰਗਨਾਈਜ਼ਡ ਬਾਏ ਦਾ ਕੰਪਨੀ। ਹੁਣ ਕਿੰਨੀਆਂ ਹੀ ਕਹਿੰਦੇ ਜ਼ਮੀਨਦਾਰੀ ਇਸ ਦੀ ਬੋਲੀ ਲੱਗੀ, ਠੀਕ ਹੈ, ਇੱਕ ਬੰਦੇ ਤੋਂ ਖੋਹ ਕੇ ਕਿਸੇ ਹੋਰ ਪਰਸਨ ਨੂੰ ਦੇ ਦਿੱਤੀ ਗਈ ਜ਼ਮੀਨਦਾਰੀ, ਉਹਦੀ ਬੋਲੀ ਲੱਗੀ ਕਿ ਕਿਹਨੇ ਖਰੀਦਣੀ ਹੈ ਜ਼ਮੀਨਦਾਰੀ। ਬਾਏ ਦਾ ਫਸਟ ਡਿਕੇਡ ਆਫ ਦਾ 19th century the situation changed, the prices in the market rose and the income of the prices of the market rose and cultivation slowly expanded। ਇੱਕ ਡਿਕੇਡ ਫਸਟ ਡਿਕੇਡ 19th century ਦਾ ਤਾਂ ਕਹਿੰਦੇ ਉਹਨੇ ਉੱਥੋਂ ਸਿਚੁਏਸ਼ਨ ਚੇਂਜ ਹੋਈ, ਮਤਲਬ ਕਿ ਪ੍ਰਾਈਸ ਜਿਹੜੇ ਕਿਸੇ ਵੀ ਚੀਜ਼ ਦੇ ਸੀਗੇ ਆਪਣਾ ਜੋ ਆਪਾਂ ਗਰੋ ਕਰਦੇ ਸੀ ਕਰੋਪਸ ਹੈ ਨਾ ਉਹਦਾ ਪ੍ਰਾਈਸ ਵਧੇ ਅਤੇ ਕਲਟੀਵੇਸ਼ਨ ਵੀ ਥੋੜ੍ਹੀ ਥੋੜ੍ਹੀ ਮਤਲਬ ਕਿ ਵਧਣ ਲੱਗ ਗਈ। ਜਦੋਂ ਹੁਣ ਪਹਿਲਾਂ ਕੀ ਸੀਗਾ ਬਹੁਤ ਘੱਟ ਲੋਕ ਐਗਰੀਕਲਚਰ ਨਾਲ ਜੁੜੇ ਸੀ ਜਾਂ ਲੈਂਡ ਨਾਲ ਜੁੜੇ ਸੀ ਹੈ ਨਾ, ਉਹ ਹੋਰ ਕੰਮ ਕਰਦੇ ਸੀ ਅਤੇ ਕਾਫੀ ਲੈਂਡ ਖਾਲੀ ਪਈ ਰਹਿੰਦੀ ਸੀ। ਪਰ ਜਦੋਂ ਉਹਨਾਂ ਦੀ ਜਿਹੜੀ ਐਗਰੀਕਲਚਰ 'ਚੋਂ ਪ੍ਰੋਡਿਊਸ ਹੁੰਦਾ ਸੀ ਜਦੋਂ ਉਹਦੀ ਕੋਸਟ ਇਨਕਰੀਜ਼ ਹੋ ਗਈ ਹੈ ਨਾ, ਫਿਰ ਹੋਰ ਜ਼ਿਆਦਾ ਕਲਟੀਵੇਸ਼ਨ ਹੋਣ ਲੱਗ ਗਈ, ਲੈਂਡ ਨੂੰ ਲੋਕ ਵਰਤੋਂ ਵਿੱਚ ਲੈਣ ਲੱਗ ਗਏ। This meant an increase in the income of zamindars but no gain for the company since it could not increase the revenue demand that has been fixed permanently। ਹੁਣ ਇਹਦੇ ਨਾਲ ਕੀ ਹੋ ਗਿਆ, ਜ਼ਮੀਨਦਾਰਸ ਦੀ ਇਨਕਮ ਤਾਂ ਵਧ ਗਈ ਬਟ ਕੰਪਨੀ ਨੂੰ ਕੋਈ ਫਾਇਦਾ ਨਾ ਹੋਇਆ ਕਿਉਂਕਿ ਉਹਨਾਂ ਨੇ ਜਿਹੜੀ ਰੈਵੈਨਿਊ ਸੀ ਉਹ ਪਰਮਾਨੈਂਟਲੀ ਆਲਰੇਡੀ ਫਿਕਸਡ ਕਰ ਚੁੱਕੇ ਸੀ ਉਹ। ਈਵਨ ਦੈਨ ਦਾ ਜ਼ਮੀਨਦਾਰਸ ਡਿਡ ਨਾਟ ਹੈਵ ਐਨ ਇੰਟਰਸਟ ਇਨ ਇੰਪਰੂਵਿੰਗ ਦਾ ਲੈਂਡ। ਇਸ ਤੋਂ ਬਾਅਦ ਵੀ ਜ਼ਮੀਨਦਾਰਸ ਨੇ ਕੋਈ ਇੰਟਰਸਟ ਨਹੀਂ ਸ਼ੋਅ ਕੀਤਾ ਆਪਣਾ ਲੈਂਡ ਨੂੰ ਇੰਪਰੂਵ ਕਰਨ ਬਾਰੇ। ਸਮ ਹੈਡ ਲੋਸਟ ਦੇਅਰ ਲੈਂਡਸ ਇਨ ਦਾ ਅਰਲੀਅਰ ਈਅਰਸ ਆਫ ਦਾ ਸੈਟਲਮੈਂਟ। ਕਈਆਂ ਨੇ ਆਪਣੀ ਜ਼ਮੀਨ ਵੀ ਗਵਾ ਦਿੱਤੀ ਇਸ ਸ਼ੁਰੂਆਤ ਦੇ ਸਾਲਾਂ ਦੇ ਵਿੱਚ ਸੈਟਲਮੈਂਟ ਦੇ। ਅਦਰਸ ਨਾਓ ਸਾਓ ਦਾ ਪੋਸੀਬਿਲਿਟੀ ਆਫ ਅਰਨਿੰਗ ਵਿਦਾਊਟ ਦਾ ਟਰਬਲ ਐਂਡ ਰਿਸਕ ਆਫ ਇਨਵੈਸਟਮੈਂਟ। ਹੁਣ ਬਾਕੀਆਂ ਨੂੰ ਮੌਕਾ ਮਿਲ ਗਿਆ ਆਪਣੀ ਜਿਹੜੀ ਅਰਨਿੰਗ ਹੈ ਉਹਨੂੰ ਇਨਕਰੀਜ਼ ਕਰਨ ਦਾ ਬਿਨਾਂ ਕਿਸੇ ਮੁਸ਼ਕਲ ਤੋਂ ਅਤੇ ਬਿਨਾਂ ਕਿਸੇ ਇਨਵੈਸਟਮੈਂਟ ਤੋਂ।
ਐਜ਼ ਲੌਂਗ ਐਜ਼ ਦਾ ਜ਼ਮੀਨਦਾਰਸ ਕੁਡ ਗਿਵ ਆਊਟ ਦਾ ਲੈਂਡ ਟੂ ਟੈਨੈਂਟਸ ਐਂਡ ਗੈਟ ਰੈਂਟ ਦੇ ਵਰ ਨਾਟ ਇੰਟਰਸਟਿਡ ਇਨ ਇੰਪਰੂਵਿੰਗ ਦਾ ਲੈਂਡ। ਇਹ ਕਦੋਂ ਤੱਕ ਚੱਲਿਆ? ਜਦੋਂ ਤੱਕ ਕਹਿੰਦੇ ਜ਼ਮੀਨਦਾਰ ਆਪਣੀ ਲੈਂਡ ਨੂੰ ਰੈਂਟ 'ਤੇ ਦੇਣ ਲੱਗ ਗਏ ਹੈ ਨਾ ਹੋਰ ਲੋਕਾਂ ਨੂੰ। ਆਪ ਉਹ ਕੀ ਕਰਦੇ, ਸਿਰਫ ਜਿਵੇਂ ਅੱਜ ਆਪਾਂ ਠੇਕੇ 'ਤੇ ਦੇ ਦਿੰਦੇ ਹਾਂ ਹੈ ਨਾ, ਅਤੇ ਹੁਣ ਜਿਹਨੂੰ ਆਪਾਂ ਠੇਕੇ 'ਤੇ ਦੇ ਦਿੰਦੇ ਹਾਂ ਹੈ ਨਾ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕੋਈ ਇੰਟਰਸਟ ਨਹੀਂ ਸ਼ੋਅ ਕੀਤਾ ਆਪਣੀ ਲੈਂਡ ਨੂੰ ਇੰਪਰੂਵ ਕਰਨ ਬਾਰੇ। ਉਦੋਂ ਤੱਕ ਇਹ ਸਿਸਟਮ ਸਹੀ ਚੱਲਿਆ। ਔਨ ਦਾ ਅਦਰ ਹੈਂਡ ਇਨ ਦਾ ਵਿਲੇਜਿਸ ਦਾ ਕਲਟੀਵੇਟਰ ਫਾਊਂਡ ਦਾ ਸਿਸਟਮ ਐਕਸਟ੍ਰੀਮਲੀ ਓਪਰੈਸਿਵ। ਦੂਜੇ ਪਾਸੇ ਕਹਿੰਦੇ ਪਿੰਡਾਂ ਦੇ ਵਿੱਚ ਕੀ ਹੋਇਆ, ਜਿਹੜੇ ਜ਼ਮੀਨਾਂ ਕਲਟੀਵੇਟ ਕਰਦੇ ਸੀ ਉਹਨਾਂ ਨੂੰ ਇਹ ਓਪਰੈਸਿਵ ਮਤਲਬ ਕਿ ਦਬਾਅ, ਉਹਨਾਂ ਦੇ ਉੱਤੇ ਦਬਾਅ ਪਾਉਣ ਵਾਲਾ ਲੱਗਿਆ। ਦਾ ਰੈਂਟ ਹੀ ਪੇ ਟੂ ਦਾ ਜ਼ਮੀਨਦਾਰਸ ਵਾਜ਼ ਹਾਈ ਐਂਡ ਹਿਸ ਰਾਈਟ ਔਨ ਦਾ ਲੈਂਡ ਵਾਜ਼ ਇਨਸਿਕਿਓਰ। ਹੁਣ ਜੇਕਰ ਉਹ ਇੱਕ ਜ਼ਮੀਨਦਾਰ ਨੂੰ ਰੈਂਟ ਪੇ ਕਰਦਾ, ਠੀਕ ਹੈ, ਉਹ ਉਹਨੂੰ ਜ਼ਿਆਦਾ ਲੱਗ ਰਿਹਾ ਅਤੇ ਉਹਨੂੰ ਪਤਾ ਹੈ ਕਿ ਉਹ ਉਹਦੀ ਇਨਕਮ ਤੋਂ ਕਿਤੇ ਜ਼ਿਆਦਾ ਹੈ ਨਾ। ਜੇ ਇਨਕਮ ਘੱਟ ਹੋਊਗੀ ਅਤੇ ਰੈਂਟ ਜ਼ਿਆਦਾ ਹੋਊਗਾ, ਫਿਰ ਉਸ ਤੋਂ ਉਸਦੀ ਜ਼ਮੀਨ ਵੀ ਇੱਕ ਦਿਨ ਖੁੱਸ ਸਕਦੀ ਹੈ। ਤਾਂ ਕਰਕੇ ਉਹ ਉਸਦੀ ਲੈਂਡ ਦੇ ਪ੍ਰਤੀ ਉਹ ਇਨਸਿਕਿਓਰ ਸੀ ਕਿ ਉਹ ਇਹ ਜ਼ਮੀਨ ਉਸ ਤੋਂ ਕਦੋਂ ਵੀ ਖੋਈ ਜਾ ਸਕਦੀ ਹੈ। ਟੂ ਪੇ ਦਾ ਰੈਂਟ ਹੀ ਹੈਡ ਟੂ ਆਫਨ ਟੇਕ ਅ ਲੋਨ ਫਰੋਮ ਦਾ ਮਨੀ ਲੈਂਡਰ। ਰੈਂਟ ਪੇ ਕਰਨ ਵਾਸਤੇ ਉਹ ਆੜਤੀਏ ਤੋਂ ਮਨੀ ਮਤਲਬ ਕਿ ਉਧਾਰ ਲੈਂਦਾ ਸੀ। ਐਂਡ ਵੈਨ ਹੀ ਫੇਲਡ ਟੂ ਪੇ ਦਾ ਰੈਂਟ ਹੀ ਵਾਸ ਐਵਿਕਟਡ ਫਰੋਮ ਦਾ ਲੈਂਡ ਹੀ ਹੈਡ ਕਲਟੀਵੇਟਡ ਫॉर ਜਨਰੇਸ਼ਨਸ। ਹੁਣ ਜੇ ਉਹ ਪਹਿਲਾਂ ਆੜਤੀਏ ਤੋਂ ਉਧਾਰ ਲੈ ਕੇ ਰੈਂਟ ਪੇ ਕਰਦਾ, ਜੇ ਆੜਤੀਏ ਨੂੰ ਪੈਸੇ ਦੇਣ ਤੋਂ ਉਹ ਮਤਲਬ ਕਿ ਕਾਬਿਲ ਨਹੀਂ ਰਹਿੰਦਾ ਹੈ ਨਾ ਆੜਤੀਏ ਦੇ ਪੈਸੇ ਵਾਪਸ ਕਰਨ ਦੇ, ਫਿਰ ਉਸ ਤੋਂ ਕੀ ਹੁੰਦਾ, ਉਸ ਦੀ ਲੈਂਡ ਖੋਹ ਲਈ ਜਾਂਦੀ ਹੈ ਜਿਹੜੀ ਕਿ ਉਹ ਸਦੀਆਂ ਤੋਂ ਆਪਣੀਆਂ ਪੀੜ੍ਹੀਆਂ ਤੋਂ ਵਾਹੁੰਦਾ ਆ ਰਿਹਾ ਸੀ। ਅ ਨਿਊ ਸਿਸਟਮ ਇਜ਼ ਡਿਵਾਈਜ਼ਡ। ਨਵਾਂ ਸਿਸਟਮ ਬਣਿਆ ਗਿਆ, ਠੀਕ ਹੈ, ਨਵਾਂ ਸਿਸਟਮ ਨੂੰ ਹੋਂਦ 'ਚ ਲਿਆਂਦਾ ਗਿਆ। ਬਾਏ ਦਾ ਅਰਲੀ 19th century ਮੈਨੀ ਆਫ ਦਾ ਕੰਪਨੀ ਆਫੀਸ਼ੀਅਲਸ ਵਰ ਕਨਵਿੰਸਡ ਦੈਟ ਦਾ ਸਿਸਟਮ ਆਫ ਰੈਵਨਿਊ ਹੈਡ ਟੂ ਬੀ ਚੇਂਜਡ ਅਗੇਨ। ਹੁਣ 19th century ਦੇ ਸ਼ੁਰੂਆਤੀ ਦੌਰ ਦੇ ਵਿੱਚ ਕੰਪਨੀ ਨੂੰ ਇਹ ਰੀਅਲਾਈਜ਼ ਹੋਇਆ ਕਿ ਜਿਹੜਾ ਰੈਵਨਿਊ ਸਿਸਟਮ ਦਾ ਮਤਲਬ ਮੈਥਡ ਸੀ ਉਹਨੂੰ ਚੇਂਜ ਕੀਤਾ ਜਾਣਾ ਚਾਹੀਦਾ। ਹਾਊ ਕੁਡ ਰੈਵਨਿਊਸ ਵੀ ਫਿਕਸਡ ਪਰਮਾਨੈਂਟਲੀ ਐਟ ਅ ਟਾਈਮ ਵੈਨ ਦਾ ਕੰਪਨੀ ਨੀਡਡ ਮੋਰ ਮਨੀ ਟੂ ਮੀਟ ਇਟਸ ਐਕਸਪੈਂਸਿਸ ਆਫ ਐਡਮਿਨਿਸਟ੍ਰੇਸ਼ਨ ਐਂਡ ਟ੍ਰੇਡ। ਜਦੋਂ ਕਹਿੰਦੇ ਕੰਪਨੀ ਨੂੰ ਜ਼ਿਆਦਾ ਪੈਸੇ ਦੀ ਲੋੜ ਹੈ ਆਪਣਾ ਰਾਜ ਕਾਇਮ ਕਰਨ ਦੇ ਲਈ ਅਤੇ ਆਪਣੇ ਟ੍ਰੇਡ ਦੇ ਲਈ, ਫਿਰ ਉਹ ਰੈਵਨਿਊਸ ਨੂੰ ਫਿਕਸ ਕਿਉਂ ਕਰਨ ਹੈ ਨਾ। ਇਨ ਦਾ ਨਾਰਥ ਵੈਸਟਰਨ ਪ੍ਰੋਵਿੰਸਿਸ ਆਫ ਦਾ ਬੰਗਾਲ ਪ੍ਰੈਜ਼ੀਡੈਂਸੀ ਮੋਸਟ ਆਫ ਦਿਸ ਏਰੀਆ ਇਜ਼ ਨਾਓ ਇਨ ਉੱਤਰ ਪ੍ਰਦੇਸ਼। ਹੁਣ ਉਸ ਤੋਂ ਕਿਉਂਕਿ ਹੁਣ ਅੱਜ ਦੀ ਘੜੀ 'ਚ ਇਹ ਜਿਹੜਾ ਸਮਾਂ ਹੈ ਮਤਲਬ ਇਹ ਜਿਹੜੀ ਪਲੇਸ ਹੈ ਨਾਰਥ ਵੈਸਟਰਨ ਪ੍ਰੋਵਿੰਸਿਸ ਨੇ ਜਿਹੜੇ ਬੰਗਾਲ ਦੇ, ਉਹ ਅੱਜ ਉੱਤਰ ਪ੍ਰਦੇਸ਼ ਦੇ ਵਿੱਚ ਨੇ। ਐਨ ਇੰਗਲਿਸ਼ਮੈਨ ਕਾਲ ਹਾਲਟ ਮੈਕੈਂਜੀ ਡਿਵਾਈਜ਼ਡ ਦਾ ਨਿਊ ਸਿਸਟਮ ਵਿਚ ਕੇਮ ਇਨਟੂ ਇਫੈਕਟ ਇਨ 1822। 1822 ਦੇ ਵਿੱਚ ਮਤਲਬ ਕਿ ਇਫੈਕਟ ਦੇ ਵਿੱਚ ਆਇਆ। ਹਾਲਟ ਮੈਕੈਂਜੀ ਨੇ ਇੱਕ ਨਵਾਂ ਸਿਸਟਮ ਲਾਗੂ ਕੀਤਾ। ਕੀ ਸੀ ਉਹ? ਹੀ ਫੈਲਟ ਦੈਟ ਦਾ ਵਿਲੇਜ ਵਾਜ਼ ਐਨ ਇੰਪੋਰਟੈਂਟ ਸੋਸ਼ਲ ਇੰਸਟੀਟਿਊਸ਼ਨ ਇਨ ਨਾਰਥ ਇੰਡੀਅਨ ਸੋਸਾਇਟੀ ਐਂਡ ਨੀਡਡ ਟੂ ਬੀ ਪ੍ਰੀਜ਼ਰਵਡ। ਉਹਨਾਂ ਨੂੰ ਕੀ ਲੱਗਿਆ ਕਿ ਜਿਹੜੇ ਪਿੰਡ ਨੇ ਆਪਣੇ ਇੰਡੀਆ ਦੇ ਵਿੱਚ, ਨਾਰਥ ਇੰਡੀਆ ਦੇ ਵਿੱਚ, ਉਹ ਜਿਹੜੇ ਵਿਲੇਜਿਸ ਨੇ ਉਹ ਇੰਪੋਰਟੈਂਟ ਸੋਸ਼ਲ ਇੰਸਟੀਟਿਊਸ਼ਨ ਨੇ, ਠੀਕ ਹੈ, ਅਤੇ ਉਹਨਾਂ ਨੂੰ ਬਚਾ ਕੇ ਰੱਖਿਆ ਜਾਣਾ ਚਾਹੀਦਾ ਅੰਡਰ ਹਿਸ ਡਾਇਰੈਕਸ਼ਨਸ। ਸੋਸ਼ਲ ਯਾਨੀ ਕਿ ਆਪਣੇ ਸਮਾਜਿਕ ਹੈ ਨਾ, ਆਪਾਂ ਜਿਵੇਂ ਕਹਿ ਦਿੰਦੇ ਹਾਂ ਵੀ ਆਪਣਾ ਕਲਚਰ ਬਚਾਉਣਾ ਚਾਹੀਦਾ, ਉਵੇਂ। ਅੰਡਰ ਹਿਸ ਡਾਇਰੈਕਸ਼ਨਸ ਕਲੈਕਟਰਸ ਵੈਂਟ ਫਰੋਮ ਵਿਲੇਜ ਟੂ ਵਿਲੇਜ ਇੰਸਪੈਕਟਿੰਗ ਦਾ ਲੈਂਡ, ਮੈਜਰਿੰਗ ਦਾ ਫੀਲਡਸ ਐਂਡ ਰਿਕਾਰਡਿੰਗ ਦਾ ਕਸਟਮਸ ਐਂਡ ਰਾਈਟਸ ਆਫ ਡਿਫਰੈਂਟ ਗਰੁੱਪਸ। ਹੁਣ ਉਸ ਦੇ ਹੁਕਮਾਂ ਮੁਤਾਬਿਕ, ਠੀਕ ਹੈ, ਜਿਹੜੇ ਕਲੈਕਟਰ ਸੀਗੇ ਉਹ ਪਿੰਡ ਤੋਂ ਪਿੰਡ ਜਾ ਕੇ ਉਹਨਾਂ ਨੇ ਲੈਂਡ ਦੀ ਇੰਸਪੈਕਸ਼ਨ ਕੀਤੀ ਹੈ ਨਾ, ਖੇਤਾਂ ਦੀ ਮਿਣਤੀ ਕੀਤੀ ਅਤੇ ਰਿਕਾਰਡ ਕੀਤਾ ਆਪਣੇ ਜਿਹੜੇ ਜੋ ਵੀ ਉਹਨਾਂ ਨੂੰ ਚਾਹੀਦਾ ਸੀਗਾ ਉਹ ਸਾਰੀਆਂ ਚੀਜ਼ਾਂ ਦੀ ਉਹਨਾਂ ਨੇ ਇੱਕ ਰਿਕਾਰਡ ਤਿਆਰ ਕੀਤਾ। ਦਾ ਐਸਟੀਮੇਟਡ ਰੈਵਨਿਊ ਆਫ ਈਚ ਪਲਾਟ ਵਿਦਿਨ ਅ ਵਿਲੇਜ ਵਾਜ਼ ਐਡਡ ਅਪ ਟੂ ਕੈਲਕੂਲੇਟ ਦਾ ਰੈਵਨਿਊ ਦੈਟ ਈਚ ਵਿਲੇਜ ਹੈਡ ਟੂ ਪੇ। ਹੁਣ ਇੱਕ ਪਿੰਡ ਦੀ ਮਿਣਤੀ ਕਰ ਲਈ, ਠੀਕ ਹੈ, ਕਿ ਇਹ ਇੱਕ ਪਿੰਡ ਦੀ ਇੰਨੀ ਜ਼ਮੀਨ ਹੈ, ਉਸ ਪਿੰਡ ਦਾ ਰੈਵਨਿਊ ਉਹਨਾਂ ਨੂੰ ਦੱਸਤਾ ਪਿੰਡ ਨੂੰ ਕਿ ਉਹ ਪੂਰੇ ਪਿੰਡ ਨੇ ਰਲ ਕੇ ਉਹ ਇੰਨਾ ਜਿਹੜਾ ਪਿੰਡ ਨੂੰ ਮਹਿਲ ਲਿਖਿਆ ਗਿਆ, ਠੀਕ ਹੈ, ਇਹਦੇ ਵਿੱਚ ਮਹਿਲ ਕਹਿੰਦੇ ਹੋਣਗੇ ਪਹਿਲਾਂ, ਅਤੇ ਉਹ ਰੈਵਨਿਊ ਉਸ ਪਿੰਡ ਨੂੰ ਪੇ ਕਰਨਾ ਹੀ ਪਏਗਾ। ਦਿਸ ਡਿਮਾਂਡ ਵਾਜ਼ ਟੂ ਬੀ ਰਿਵਾਈਜ਼ਡ ਪੀਰੀਅਡਿਕਲੀ। ਅਤੇ ਇਹ ਜਿਹੜੀ ਮਤਲਬ ਕਿ ਨਾਟ ਪਰਮਾਨੈਂਟਲੀ ਫਿਕਸਡ, ਉਹ ਮਤਲਬ ਕਿ ਰੈਵਨਿਊ ਉਹਨਾਂ ਨੂੰ ਦੱਸਦਾ ਕਿ ਹੁਣ ਉਹਨਾਂ ਨੇ ਇੰਨਾ ਪੇ ਕਰਨਾ ਹੈ ਅਤੇ ਕੁਝ ਸਮੇਂ ਬਾਅਦ ਇਹ ਹੋਰ ਵਧਾ ਦਿੱਤਾ ਜਾਊਗਾ, ਰਿਵਾਈਜ਼ ਕੀਤਾ ਜਾਊਗਾ, ਬੇਸ਼ੱਕ ਉਹ ਘੱਟ ਜੇ ਬੇਸ਼ੱਕ ਵੱਧ ਜੇ ਹੈ ਨਾ, ਟਾਈਮ ਦੇ ਅਕੋਰਡਿੰਗ, ਅਤੇ ਮਤਲਬ ਕਿ ਪਰਮਾਨੈਂਟਲੀ ਫਿਕਸ ਨਹੀਂ ਕੀਤਾ ਗਿਆ ਇਸ ਸਮੇਂ। ਦਾ ਚਾਰਜ ਆਫ ਕਲੈਕਟਿੰਗ ਦਾ ਰੈਵਨਿਊ ਐਂਡ ਪੇਇੰਗ ਇਟ ਟੂ ਦਾ ਕੰਪਨੀ ਵਾਜ਼ ਗਿਵਨ ਟੂ ਦਾ ਵਿਲੇਜ ਹੈਡਮੈਨ ਰੈਦਰ ਦੈਨ ਦਾ ਜ਼ਮੀਨਦਾਰ। ਹੁਣ ਜਿਹੜਾ ਪਿੰਡ ਤੋਂ ਰੈਵਨਿਊ ਕਲੈਕਟ ਕਰਨਾ ਅਤੇ ਉਹ ਕੰਪਨੀ ਨੂੰ ਪੇ ਕਰਨਾ, ਇਹ ਪਿੰਡ ਦੇ ਹੈਡਮੈਨ ਯਾਨੀ ਕਿ ਸਰਪੰਚ ਆਪਾਂ ਕਹਿ ਸਕਦੇ ਹਾਂ ਨਾ, ਜਿਵੇਂ ਅੱਜ ਹੈਡਮੈਨ ਸਰਪੰਚ ਹੁੰਦਾ, ਜ਼ਮੀਨਦਾਰ ਤੋਂ ਖੋਹ ਕੇ ਇਹ ਸਿਰਫ ਹੈਡਮੈਨ ਨੂੰ ਦੇਤੀ ਹੈ ਜ਼ਿੰਮੇਵਾਰੀ। ਦਿਸ ਸਿਸਟਮ ਕੇਮ ਟੂ ਬੀ ਨੋਨ ਐਸ ਮਹਿਲਵਾਰੀ ਸੈਟਲਮੈਂਟ। ਇਹ ਪਿੰਡ ਮਤਲਬ ਸਿਸਟਮ ਹੈ ਜਿਹੜਾ ਇਹ ਸਾਰਿਆਂ ਨੂੰ ਕੀ ਨਾਮ ਦਿੱਤਾ? ਮਹਿਲਵਾਰੀ ਸਿਸਟਮ, ਕਿਉਂਕਿ ਪਿੰਡ ਨੂੰ ਮਹਿਲ ਕਿਹਾ ਜਾਂਦਾ ਸੀ ਨਾ, ਸੋ ਮਹਿਲਵਾੜੀ ਸਿਸਟਮ ਉਹਨਾਂ ਨੇ ਕਿਹਾ ਇਸ ਨੂੰ, ਇਹਦਾ ਨਾਮ ਰੱਖਤਾ ਮੁਨਰੋ ਸਿਸਟਮ। ਮੁਨਰੋ ਸਿਸਟਮ ਆਪਾਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ।